ਬਈ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਦੁਨੀਆ ਰਾਮ ਵੱਲੋਂ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਗੁੱਡ ਮਾਰਨਿੰਗ, ਈਵਨਿੰਗ, ਆਫਟਰਨੂਨ ਅਤੇ ਗੁੱਡ ਮਿਡ ਨਾਈਟ ਅਤੇ ਨਾਲ ਦੀ ਨਾਲ ਵਣਕਮ ਕੈਨੇਡੀਅਨ ਦਿਹਾਤੀ ਪ੍ਰੋਗਰਾਮ ਵਿੱਚ ਬੀਬਾ ਜੀ ਤੁਹਾਨੂੰ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਟੁਨੀਆ ਰਾਮ ਜੀ, ਵਣਕਮ ਕੀ ਹੁੰਦਾ? ਇਹ ਨਾ ਤਾਮਿਲ ਭਾਸ਼ਾ ਵਿੱਚ ਹੁੰਦਾ ਆ ਸਤਿ ਸ੍ਰੀ ਅਕਾਲ। ਠੀਕ ਹੈ ਜੀ, ਠੀਕ ਹੈ ਜੀ, ਵਣਕਮ ਸਾਰਿਆਂ ਨੂੰ। ਤੇ ਮੈਂ ਕਿਹਾ ਵੀ ਗੱਲ ਇਹ ਆ ਵੀ ਜਿੱਥੇ ਅਸੀਂ ਗੱਲਬਾਤ ਕਰੀ ਦੀ ਨਾਲ ਦੀ ਨਾਲ ਮਾੜੀ ਮੋਟੀ ਨੌਲੇਜ ਵੱਧ ਜਾਵੇ ਤਾਂ ਕੋਈ ਹਰਜ ਨਹੀਂ। ਹਾਂਜੀ ਹਾਂਜੀ, ਨੌਲੇਜ ਇਜ਼ ਆਲਵੇਜ਼ ਪਾਵਰਫੁਲ ਟੂਲ। ਹਾਂ ਦੇਖੋ ਨਾ ਜੀ, ਹੁਣ ਅਸੀਂ ਅੱਜ ਕਾਕਾ ਸੰਘਾ ਆਪਣਾ ਅਮਰਜੀਤ ਸੰਘਾ ਹੈਗਾ ਬਿਜ਼ੀ ਅੱਜ, ਅਤੇ ਇਸ ਕਰਕੇ ਫਿਰ ਆਪਣੀ ਗੁੱਡੀ ਆਈ ਆ ਰੂਬੀ, ਅਤੇ ਕਦੇ ਕਦੇ ਆਇਆ ਕਰੂਗੀ ਜਦੋਂ ਇਹਦੇ ਕੋਲ ਟਾਈਮ ਹੋਊਗਾ। ਇਹ ਗੁੱਡੀ ਹੈਗੀ ਬਿਜ਼ੀ ਬਹੁਤ, ਫਿਰ ਜਿਹੜੇ ਬਿਜ਼ੀ ਬੰਦੇ ਹੁੰਦੇ ਉਹਨਾਂ ਨੂੰ ਲਿਆਉਣ ਲਈ ਥੋੜ੍ਹਾ ਜਿਹਾ ਟਾਈਮ ਲੱਗ ਹੀ ਜਾਂਦਾ। ਹਾਂਜੀ ਹਾਂਜੀ ਹਾਂਜੀ, ਇਹ ਵੀ ਦੱਸ ਦਿਓ ਬਿਜ਼ੀ ਹੈ ਕਾਹਦੇ 'ਚ? ਦੇਖੋ ਜੀ, ਬਿਜ਼ੀ ਤਾਂ ਬੰਦਾ ਕਈਆਂ ਕੰਮਾਂ 'ਚ ਹੁੰਦਾ ਆ, ਪਰ ਖਾਸ ਕਰਕੇ ਇਹ ਜਿਹੜੀ ਬੀਬਾ ਹੈ ਨਾ, ਇਹ ਕਰਦੀ ਆ ਇਮੀਗ੍ਰੇਸ਼ਨ ਦਾ ਕੰਮ। ਅਤੇ ਇਮੀਗ੍ਰੇਸ਼ਨ ਦਾ ਕੰਮ ਮਤਲਬ ਕੈਨੇਡਾ ਤੋਂ ਇੰਡੀਆ ਨੂੰ ਬੰਦਿਆਂ ਨੇ ਆਉਣਾ, ਆਪਣੇ ਇੰਡੀਆ ਤੋਂ ਕੈਨੇਡਾ ਨੂੰ ਆਉਣਾ ਬੰਦਿਆਂ ਨੇ, ਜਿਹੜੇ ਇੱਥੇ ਆਇਓ ਆ ਉਹਨਾਂ ਦਾ ਠੀਕ ਠਾਕ ਪੇਪਰ ਵਰਕ ਕਰਨਾ, ਕਾਗਜ਼ੀ ਕਾਰਵਾਈ, ਇਮੀਗ੍ਰੇਸ਼ਨ ਆਫਿਸ, ਇਹ ਸਾਰੇ ਕੰਮ ਇਹ ਕਰਦੀ ਆ, ਕਿਉਂਕਿ ਸਾਡੇ ਦਰਸ਼ਕਾਂ ਦੇ ਬੜੇ ਫੋਨ ਆਉਂਦੇ ਸੀਗੇ। ਹਾਂਜੀ ਹਾਂਜੀ, ਜਿਹੜਾ ਟੁਨੀਆ ਰਾਮ ਜੀ ਨੇ ਕਿਹਾ ਕਿ ਕੈਨੇਡਾ ਤੋਂ ਜਿਹਨੇ ਇੰਡੀਆ ਜਾਣਾ, ਮੈਂ ਉਹਦਾ ਵੀ ਕੰਮ ਕਰਦੀ ਹਾਂ। ਸਭ ਦੇ ਵੀਜ਼ੇ ਜਿਹੜੇ ਜੇ ਐਕਸਟੈਂਸ਼ਨ ਪਾਉਣੀ ਆ ਜਾਂ ਕਿਸੇ ਨੇ ਆਪਣੇ ਪਾਸਪੋਰਟ ਰੀਨਿਊਅਲ ਕਰਾਉਣੇ ਆ, ਸਿਟੀਜ਼ਨਸ਼ਿਪ ਲਈ ਅਪਲਾਈ ਕਰਨਾ, ਮੈਂ ਉਹ ਵੀ ਕੰਮ ਕਰਦੀ ਹਾਂ। ਸੋ ਉੱਥੇ ਵੀ ਟੁਨੀਆ ਰਾਮ ਜੀ ਬਿਲਕੁਲ ਠੀਕ ਕਹਿ ਰਹੇ ਸੀ, ਕਿਉਂਕਿ ਹੁਣ ਤਾਂ ਕੈਨੇਡਾ ਵਾਲਿਆਂ ਨੂੰ ਇੰਡੀਆ ਜਾਣ ਲਈ ਵੀਜ਼ਾ ਲੈਣਾ ਪੈਂਦਾ ਆ। ਹਾਂਜੀ ਬਿਲਕੁਲ। ਤੇ ਆਫਿਸ ਬੀਬਾ ਦਾ ਹੈਗਾ ਆ ਅਲਬਰਟਾ 'ਚ, ਐਡਮੰਟਨ। ਹਾਂਜੀ, ਅਲਬਰਟਾ ਹੈਗਾ ਆ ਸੂਬਾ ਕੈਨੇਡਾ ਦਾ। ਹਾਂਜੀ, ਤੇ ਇਹ ਹੈਗੀ ਆ ਐਡਮੰਟਨ ਸ਼ਹਿਰ ਵਿੱਚ। ਤੇ ਰੱਬ ਤੁਹਾਡਾ ਭਲਾ ਕਰੇ। ਵੱਡਾ ਆਫਿਸ ਇਹਦਾ ਹੈਗਾ ਆ ਅੰਮ੍ਰਿਤਸਰ, ਆਪਣੇ ਬਾਬਾ ਜੀ ਦੇ ਉੱਥੇ। ਹਾਂਜੀ, ਅੰਮ੍ਰਿਤਸਰ ਰਣਜੀਤ ਐਵੀਨਿਊ 'ਚ ਆਫਿਸ ਹੈਗਾ ਆ, ਰੋਸ਼ਨੀ ਕੰਸਲਟੈਂਟ ਦੇ ਨਾਂ ਤੇ। ਹਾਂ, ਤੇ ਬੀਬਾ ਦੇਖੋ, ਜਿੰਨੇ ਵੀ ਸਾਡੇ ਪੰਜਾਬ 'ਚ ਦਰਸ਼ਕ ਨੇ ਜਾਂ ਪੰਜਾਬ 'ਚ ਸਾਨੂੰ ਵੇਖਦੇ ਨੇ, ਇਸ ਵੇਲੇ YouTube ਚੈਨਲ 'ਤੇ ਵੇਖ ਰਹੇ ਆ। ਹਾਂਜੀ, ਦੇਖੋ, ਹਰ ਬੰਦੇ ਦੇ, ਇਨਸਾਨ ਦੇ ਮਨ ਵਿੱਚ ਹੁੰਦਾ ਵੀ ਕਿਸੇ ਤਰ੍ਹਾਂ ਉਹ ਨਹੀਂ ਆਏ ਤਾਂ ਉਹਨਾਂ ਦੇ ਬੱਚੇ, ਉਹਨਾਂ ਦੇ ਬੱਚੇ ਨਹੀਂ ਆਏ ਤਾਂ ਉਹਨਾਂ ਦੇ ਰਿਸ਼ਤੇਦਾਰ ਕਿਵੇਂ ਕੈਨੇਡਾ ਆ ਸਕਦੇ। ਸਾਰਿਆਂ ਨਾਲੋਂ ਪਹਿਲਾਂ ਤੁਸੀਂ ਦੱਸੋ ਵੀ ਕੀ ਚਾਹੀਦਾ ਹੈ ਕੈਨੇਡਾ ਆਉਣ ਵਾਸਤੇ, ਅਪਲਾਈ ਕਰਨ ਵਾਸਤੇ ਦੱਸੋ ਕੀ ਚਾਹੀਦਾ ਆ? ਹਾਂਜੀ, ਆਪਾਂ ਜੇ ਗੱਲ ਕਰੀਏ ਤੇ ਜੇ ਬੱਚਿਆਂ ਨੇ ਕੈਨੇਡਾ ਆਉਣਾ ਆ ਤੇ ਉਹਨਾਂ ਨੇ ਸਟੱਡੀ ਵੀਜ਼ੇ ਤੇ ਆਉਣਾ ਹੈ, ਉਹਨਾਂ ਦੀ ਕੁਆਲੀਫਿਕੇਸ਼ਨ ਸਹੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਕਾਲਜਸ ਜਿਹੜੇ ਆ ਉਹ ਬੜੇ ਕੇਅਰਫੁਲੀ ਚੂਜ਼ ਕਰਨੇ ਚਾਹੀਦੇ ਆ ਅਕੋਰਡਿੰਗ ਟੂ देयर ਸਟੱਡੀਜ਼। ਜੇ ਤੁਸੀਂ ਕਾਲਜ ਹੀ ਗਲਤ ਚੂਜ਼ ਕਰ ਲੈਂਦੇ ਹੋ, ਪ੍ਰੋਗਰਾਮ ਗਲਤ ਚੂਜ਼ ਕਰ ਲੈਂਦੇ ਹੋ, ਫਿਰ ਇੱਥੇ ਆ ਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਦੇ ਵਿੱਚ ਅਸੀਂ ਤੁਹਾਡੀ ਮਦਦ ਕਰਦੇ ਹਾਂ ਇੱਥੋਂ ਐਡਮਿੰਟਨ ਅਲਬਰਟਾ ਤੋਂ, ਪਲੱਸ ਅੰਮ੍ਰਿਤਸਰ ਆਫਿਸ ਤੋਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਮਤਲਬ ਹਰ ਤਰੀਕੇ ਤੁਹਾਡੀ ਮਦਦ ਕਰਨ 'ਚ ਤਿਆਰ ਹਾਂ। ਤੇ ਜੇ ਕਿਸੇ ਨੇ ਵਿਜ਼ਟਰ ਤੇ ਆਉਣਾ ਆ, ਸੁਪਰ ਵੀਜ਼ੇ ਤੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੇ ਆਉਣਾ ਆ, ਬਹੁਤ ਸਾਰੇ ਵਾਸਟ ਫੀਲਡ ਹੈਗੇ ਆ, ਤੁਸੀਂ ਸਾਨੂੰ ਕੰਟੈਕਟ ਕਰੋ, ਅਸੀਂ ਜ਼ਰੂਰ ਤੁਹਾਡੀ ਹੈਲਪ ਕਰਾਂਗੇ। ਦੇਖੋ ਜੀ, ਗੱਲ ਤਾਂ ਇਹ ਆ ਵੀ ਮਤਲਬ ਤੁਹਾਡਾ ਕੰਮਕਾਰ ਠੀਕ ਹੋਵੇ, ਕਾਗਜ਼ੀ ਕਾਰਵਾਈ ਠੀਕ ਹੋ ਜਾਵੇ। ਤਾਂ ਜਿਹੜਾ ਸਾਰਿਆਂ ਤੋਂ ਪਹਿਲਾਂ ਹੁੰਦਾ ਨਾ ਵਿਜ਼ਿਟ, ਪਰਪਸ ਵਿਜ਼ਿਟ ਦਾ, ਉਹ ਕਿੱਦਾਂ ਕਰਨਾ ਪੈਂਦਾ? ਇੱਕ ਸਟੈਪ ਬਾਈ ਸਟੈਪ ਦੱਸੋ ਸਾਡੇ ਦਰਸ਼ਕਾਂ ਨੂੰ। ਹਾਂਜੀ, ਜਿਹੜਾ ਜੇ ਤੁਸੀਂ ਆਪਣਾ ਪੇਰੈਂਟਸ ਨੂੰ ਸਪੋਜ਼ ਸੱਦ ਰਹੇ ਹੋ ਜਾਂ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਸੱਦ ਰਹੇ ਹੋ, ਤੇ ਜਿਹੜੀ ਤੁਹਾਡੀ ਪਰਪਸ ਆਫ ਵਿਜ਼ਿਟ ਆ ਉਹ ਬਹੁਤ ਕਲੀਅਰ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਥੇ ਆਏ ਹੋ, ਘੁੰਮਣ ਫਿਰਨ ਆਓਗੇ, ਤੁਹਾਡੇ ਕੋਲ ਇਨਫ ਬੈਂਕ ਬੈਲੈਂਸ ਆ ਆਪਣੇ ਆਪ ਨੂੰ ਸਪੋਰਟ ਕਰਨ ਨੂੰ, ਜਾਂ ਜਿਹੜੇ ਤੁਹਾਨੂੰ ਸੱਦ ਰਹੇ ਆ ਜੇ ਉਹ ਤੁਹਾਡੀ ਰਿਸਪੌਂਸਿਬਿਲਿਟੀ ਲੈ ਰਹੇ ਆ, ਉਹਨਾਂ ਕੋਲ ਇਨਫ ਰਿਕੁਆਇਰਮੈਂਟਸ ਜਿਹੜੀਆਂ ਨੇ ਉਹਨਾਂ ਨੇ ਮੀਟ ਕੀਤੀਆਂ ਹੋਈਆਂ ਬਿਫੋਰ ਦੇ ਇਨਵਾਈਟ ਯੂ। ਪਰ ਇੱਥੇ ਇਹ ਵੀ ਹੈ ਕਿ ਇਨਵੀਟੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੁੰਦੀ, ਤੁਸੀਂ ਆਪਣੇ ਆਪ ਵੀ ਸਾਰਾ ਕੁਝ ਕਰ ਸਕਦੇ ਹੋ। ਹੋਟਲ ਬੁਕਿੰਗ ਕਰਵਾ ਕੇ ਤੁਸੀਂ ਨਾਲ ਮਤਲਬ ਪ੍ਰੋਪਰ ਸਾਰੀਆਂ ਰਿਕੁਆਇਰਮੈਂਟ ਮੀਟ ਕਰਕੇ ਤੁਸੀਂ ਆਪ ਵੀ ਆ ਸਕਦੇ ਹੋ। ਤੁਹਾਨੂੰ ਇਨਵੀਟੇਸ਼ਨ ਲੈਟਰ ਬਹੁਤ ਜ਼ਰੂਰੀ ਨਹੀਂ ਹੈ। ਇੱਥੇ ਇਹ ਵੀ ਗੱਲ ਮੇਰੇ ਸੁਣਨ 'ਚ ਵੀ ਆਈ ਹੈ ਕਿ ਬਹੁਤ ਸਾਰੇ ਲੋਕੀ ਸਿਰਫ ਇੱਕ ਇਨਵੀਟੇਸ਼ਨ ਲੈਟਰ ਜਿਹੜੀ ਆ ਉਹੀ ਦੇਣ ਦੇ ਵਿੱਚ ਵਿਚਾਰੇ ਜਿਹੜੇ ਲੋਕੀ ਉਹਨਾਂ ਨੂੰ ਚਾਰਜ ਕਰ ਲੈਂਦੇ ਆ, ਜਦ ਕੋਈ ਜ਼ਰੂਰੀ ਨਹੀਂ ਹੁੰਦੀ। ਜਦਕਿ ਜ਼ਰੂਰੀ ਨਹੀਂ ਹੁੰਦੀ। ਹਾਂਜੀ, ਦੇਖੋ ਜੀ, ਗੱਲ ਉੱਥੇ ਆ ਗਈ ਫਿਰ ਜੇ ਜਿਹੜਾ ਬੈਂਕ ਬੈਲੈਂਸ ਜੇ ਤੁਹਾਡਾ ਵਧੀਆ
ਹਾਂਜੀ ਹੈ ਜੀ। ਹਾਂਜੀ ਮਨੀ ਮੇਕਸ ਮੈਰੀ ਗੋ ਰਾਉਂਡ ਹੈ, Very ਪੰਜਾਬੀ true. ਚ ਕਹਿ ਦਿੰਦੇ ਆ, Very true. ਜਿਹਦੀ ਕੋਠੀ ਦਾਣੇ ਉਹਦੇ ਕੋਠੀ 'ਚ ਕਮਲੇ ਦਾਣੇ, ਵੀ ਕਮਲੇ ਸਿਆਣੇ। ਵੀ ਸਿਆਣੇ। ਸੋ ਬੈਂਕ ਬੈਲੈਂਸ ਹੋਵੇ ਤਾਂ ਵੀਜ਼ੇ ਬੜੇ ਛੇਤੀ ਲੱਗ ਜਾਂਦੇ ਆ। ਹਾਂਜੀ ਤਾਂ ਉਹਦੀ ਵਜ੍ਹਾ ਇਹ ਹੁੰਦੀ ਵੀ ਮੇਰਾ ਖਿਆਲ ਇਮੀਗ੍ਰੇਸ਼ਨ ਵਾਲਿਆਂ ਨੇ ਇਹੀ ਦੇਖਣਾ ਸੁਣਨਾ ਹੁੰਦਾ ਵੀ ਬੰਦਾ ਸੋਲਿਡ ਵਾ ਕੇ ਐਵੇਂ ਹੀ ਆ। ਹਾਂਜੀ ਮਤਲਬ ਤੁਹਾਡੀ ਇੰਟੈਂਟ ਕਲੀਅਰ ਹੋਣੀ ਚਾਹੀਦੀ ਕਿ ਤੁਸੀਂ ਆਏ ਹੋ, ਘੁੰਮਣ ਫਿਰਨ ਆਏ ਹੋ, ਉਸ ਤੋਂ ਬਾਅਦ ਤੁਸੀਂ ਵਾਪਸ ਜਾਣਾ ਹੈ ਤੇ ਤੁਹਾਡੀਆਂ ਟਾਈਜ਼ ਸਟਰੋਂਗ ਨੇ ਬੈਕ ਹੋਮ ਚ, ਭਾਵੇਂ ਇੰਡੀਆ ਤੋਂ ਆ ਰਹੇ ਕਿਸੇ ਵੀ ਕੰਟਰੀ ਚੋਂ, ਤੁਹਾਡੀਆਂ ਟਾਈਜ਼ ਸਟਰੋਂਗ ਨੇ ਕਿ ਤੁਸੀਂ ਵਾਪਸ ਵੀ ਜਾਣਾ ਹੈ। ਜੇ ਤੁਸੀਂ ਪਹਿਲਾਂ ਹੀ ਕਹੋ ਕਿ ਅਸੀਂ ਸਾਰਾ ਟੱਬਰ ਆ ਜਾਈਏ, ਪਿੱਛੇ ਤੁਹਾਡੇ ਕੁਝ ਵੀ ਨਹੀਂ ਹੈ, ਬੈਂਕ ਬੈਲੈਂਸ ਨਹੀਂ, ਕੋਈ ਖੇਤੀਬਾੜੀ ਜ਼ਮੀਨ ਨਹੀਂ ਹੈ, ਫਿਰ ਇੱਕ ਕੁਐਸਚਨੇਬਲ ਗੱਲ ਹੋ ਜਾਂਦੀ ਹੈ। ਇਸ ਕਰਕੇ ਤੁਸੀਂ ਪਿੱਛੋਂ ਵੀ ਆਪਣੇ ਆਪ ਨੂੰ ਸਟਰੋਂਗ ਵਿਖਾਉਣਾ ਪੈਂਦਾ ਹੈ। ਹਾਂ ਸੋ ਗੱਲਬਾਤ ਇਹ ਆ ਵੀ ਕਈ ਵਾਰੀ ਅਸੀਂ ਸਪਾਂਸਰਸ਼ਿਪ ਉਡੀਕਦੇ ਰਹੀਦਾ। ਆ ਬੜਾ ਵਧੀਆ ਗੁੱਡੀ ਨੇ ਗੱਲ ਦੱਸੀ ਵੀ ਸਪਾਂਸਰਸ਼ਿਪ ਦੀ ਜ਼ਰੂਰਤ ਨਹੀਂ, ਤੁਸੀਂ ਆਪ ਵੀ ਆ ਸਕਦੇ ਆਪ ਵੀ ਤੁਸੀਂ ਆ ਸਕਦੇ ਹੋ। ਤੇ ਦੂਜਾ ਹੋ ਗਿਆ, ਜੇ ਤੁਹਾਡਾ ਕੋਈ ਸਪਾਊਸਲ ਜਾਂ ਤੁਹਾਨੂੰ ਕੋਈ ਪਰਮਿਟ ਤੁਹਾਡੀ ਭਰਦਾ ਵਿਆਹ ਸ਼ਾਦੀ ਇੰਗੇਜਮੈਂਟ ਲਈ, ਹਾਂਜੀ ਉਹਦੇ ਵਿੱਚ ਵੀ ਮਤਲਬ ਅਗੇਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹਨਾਂ ਦੇ ਲਈ ਰਿਕੁਆਇਰਮੈਂਟਸ ਮੀਟ ਕਰਨੀਆਂ ਤੁਹਾਨੂੰ ਪੈਂਦੀਆਂ ਨੇ, ਕਿਉਂਕਿ ਜੇ ਤੁਹਾਡੇ ਕੋਲ ਇੱਕ ਵੀ ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਤੇ ਤੁਹਾਡੀ ਫਾਈਲ ਸਮਝ ਲਓ ਕਿ ਉਹ ਪਾਸੇ ਕਰ ਦਿੰਦੇ ਕਿ ਹਾਂ ਇਹਨੂੰ ਅਸੀਂ ਬਾਅਦ ਚ ਦੇਖਦੇ ਹਾਂ, ਜਾਂ ਮਤਲਬ ਇਹ ਕਹਿ ਦਿੰਦੇ ਕਿ ਉਹਦੇ ਚ ਆ ਗਲਤੀ, ਇਹਨੂੰ ਛੱਡ ਦਿਓ, ਅਗਲੀ ਫਾਈਲ ਫੜ ਲਓ। ਸੋ ਇਸ ਕਰਕੇ ਇੱਥੇ ਜਿਹੜੇ ਪ੍ਰੋਫੈਸ਼ਨਲ ਹੈ, ਭਾਵੇਂ ਮੈਂ ਆ ਭਾਵੇਂ ਕੋਈ ਵੀ ਪ੍ਰੋਫੈਸ਼ਨਲ, ਉਹ ਇੱਥੇ ਮਤਲਬ ਟੇਬਲ ਤੇ ਆਉਂਦੇ ਨੇ ਕਿ ਹਾਂ ਅਸੀਂ ਪ੍ਰੋਪਰ ਤੁਹਾਡੇ ਡਾਕੂਮੈਂਟੇਸ਼ਨ ਕਰਦੇ ਹਾਂ ਤਾਂ ਕਿ ਤੁਹਾਡੀ ਫਾਈਲ ਜਿਹੜੀ ਉਹ 1 ਮਿੰਟ ਚ ਪਿਕ ਹੋ ਜਾਵੇ। ਵਾਹ ਜੀ ਵਾਹ। ਦੇਖੋ ਜੀ ਵਿਆਹ ਲਈ ਆਓ, ਆਪਣੇ ਬੈਂਕ ਬੈਲੈਂਸ ਕਰਨ ਨਾਲ ਆਓ, ਤੇ ਕਿੰਨੇ ਹੋਰ ਤਰੀਕੇ ਆ। ਹੋਰ ਇੱਕ ਆਪਣੇ ਜਿਹੜਾ ਸੁਪਰ ਵੀਜ਼ਾ ਖਾਸ ਕਰਕੇ ਮਾਂ-ਬਾਪ ਲਈ ਅੱਜ ਕੱਲ੍ਹ ਹੁੰਦਾ। ਹਾਂਜੀ ਸੁਪਰ ਵੀਜ਼ਾ ਜਿਹੜਾ ਹੈ ਉਹ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਲਈ ਹੈ। ਉਹ ਸਿਰਫ ਤੇ ਸਿਰਫ ਉਹ ਲਾ ਸਕਦੇ ਨੇ ਜਿਹੜੇ ਇੱਥੇ ਪੀਆਰ ਨੇ, ਕੈਨੇਡੀਅਨ ਸਿਟੀਜ਼ਨ ਨੇ। ਯੈਸ ਤੁਹਾਡੇ ਬੈਂਕ ਬੈਲੈਂਸ, ਅਦਰ ਰਿਕੁਆਇਰਮੈਂਟਸ ਤੁਹਾਨੂੰ ਮੀਟ ਕਰਨੀਆਂ ਪੈਂਦੀਆਂ ਨੇ, ਠੀਕ ਹੈ। ਤੁਹਾਨੂੰ ਉਹਦੇ ਲਈ ਇੰਸ਼ੋਰੈਂਸ ਲੈਣੀ ਪੈਂਦੀ ਹੈ। ਉਹਦੇ 'ਚ ਵੀ ਆਮ ਕਹਿ ਦਿੰਦੇ ਜੀ ਇੰਸ਼ੋਰੈਂਸ ਲੈ ਲਓ ਤੇ ਵੀਜ਼ਾ ਮਿਲ ਜਾਂਦਾ ਹੈ। ਉਹਦੇ 'ਚ ਜੇ ਹੁਣ ਪੇਰੈਂਟਸ ਨੂੰ ਪਿੱਛੇ ਕੋਈ ਪ੍ਰੋਬਲਮਸ ਨੇ ਹੈਲਥ ਵਾਈਜ਼, ਉਹਨਾਂ ਨੂੰ ਕੋਈ ਪ੍ਰੋਬਲਮ ਨੇ, ਉਹਦੀ ਇੰਸ਼ੋਰੈਂਸ ਦਾ ਪ੍ਰੀਮੀਅਮ ਯਾਦ ਹੈ, ਠੀਕ ਹੈ। ਉਹ ਸਾਰਾ ਕੁਝ ਕਵਰ ਕਰਨਾ ਪੈਂਦਾ। ਜਿਹੜੇ ਕੁਆਲੀਫਾਈਡ ਕੰਸਲਟੈਂਟ ਨੇ ਉਹ ਤੁਹਾਨੂੰ ਸਾਰਾ ਕੁਝ ਦੱਸ ਦਿੰਦੇ ਕਿ ਇਹ ਵਾਲਾ ਤੁਹਾਡਾ ਏਜ ਕ੍ਰਾਈਟੇਰੀਆ, ਉਹਨੂੰ ਮੀਟ ਕਰਕੇ ਫਿਰ ਇੰਸ਼ੋਰੈਂਸ ਲਓ। ਦੇਖੋ ਜੀ ਗੱਲ ਇਹ ਆ ਵੀ ਮਾਂ-ਬਾਪ ਤਾਂ ਜਿਹੜੇ ਦਾਦੇ ਦਾਦੀਆਂ ਨਾਨੇ ਨਾਨੀਆਂ, ਇਹਨਾਂ ਦਾ ਜੀ ਤਾਂ ਕਰਦਾ ਆ ਆਪਣੇ ਨਿਆਣਿਆਂ ਕੋਲ, ਆਪਣੇ ਟੱਬਰਾਂ ਕੋਲ ਆਉਣ ਨੂੰ। ਪਰ ਹੁਣ ਜਿਹੜੇ ਮੇਰੀ ਉਮਰ ਦੇ, ਮੈਂ ਤੁਹਾਨੂੰ ਦੱਸ ਦੇਵਾਂ, ਅਸੀਂ ਤੇ ਜੀ ਸਾਰੀ ਦਿਹਾੜੀ ਵੈਸੇ ਬੈਠੇ ਅਸੀਂ ਖਿੜਕੀ ਮੂਹਰੇ ਰਹੀਦਾ, ਕੰਮ ਸਾਨੂੰ ਕਰਨ ਨੂੰ ਕੋਈ ਨਹੀਂ ਹੁੰਦਾ। ਪਿੰਡ 'ਚ ਤਾਂ ਬੰਦਾ ਚਲੋ ਉੱਠ ਕੇ ਇੱਧਰ ਚਲੇ ਗਿਆ, ਉੱਠ ਕੇ ਇੱਧਰ ਚਲੇ ਗਿਆ। ਇੱਥੇ ਜਦੋਂ ਸਿਆਲਾਂ ਨੂੰ ਹੁੰਦਾ ਨਾ -20 ਡਿਗਰੀ ਟੈਂਪਰੇਚਰ ਬਾਹਰ, ਬੰਦਾ ਕਹਿੰਦਾ ਕਿੱਥੇ ਫਸ ਗਿਆ ਮੈਂ। ਹਾਂਜੀ -40 ਤੱਕ ਵੀ ਜਾਂਦਾ ਅਲਬਰਟਾ ਦੇ ਵਿੱਚ। ਜਿਹੜੇ ਅਲਬਰਟਾ ਰਹਿੰਦੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਉੱਥੇ ਬਹੁਤ ਜ਼ਿਆਦਾ ਜਿਹੜੀ ਸਰਦੀ ਆ ਉਹਦਾ ਸਾਹਮਣਾ ਕਰਦੇ ਹਾਂ। ਪਰ ਮੈਂ ਇੱਥੇ ਇੱਕ ਗੱਲ ਸੁਪਰ ਵੀਜ਼ਾ ਦੀ ਕਲੀਅਰ ਕਰਨਾ ਚਾਹੁੰਦੀ ਹਾਂ। ਬਹੁਤ ਸਾਰੇ ਜਿਹੜੇ ਲੋਕ ਨੇ ਜਦੋਂ ਸਪਾਂਸਰ ਕਰਦੇ ਨੇ, ਸੁਪਰ ਵੀਜ਼ਾ ਲਈ ਅਪਲਾਈ ਕਰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪਹਿਲੀ ਵਿਜ਼ਿਟ 'ਚ ਤੁਸੀਂ 2 ਸਾਲ ਤੱਕ ਰਹਿ ਸਕਦੇ ਹੋ। ਉਸ ਤੋਂ ਬਾਅਦ ਜੇ ਤੁਸੀਂ ਜਾ ਕੇ ਵਾਪਸ ਆਉਂਦੇ ਹੋ ਤੇ 6 ਮਹੀਨੇ ਤੋਂ ਬਾਅਦ ਤੁਸੀਂ ਨਹੀਂ ਰਹਿ ਸਕਦੇ। ਜਸਟ ਫਸਟ ਐਂਟਰੀ ਤੇ 2 ਸਾਲ ਲਈ ਤੁਸੀਂ ਰਹਿ ਸਕਦੇ ਹੋ। ਵਾਹ ਜੀ ਵਾਹ। ਤੇ ਫਿਰ ਆਪਣੇ ਇੱਕ ਹੁੰਦੀ ਆ ਐਕਸਪ੍ਰੈਸ ਐਂਟਰੀ ਵੀ ਹੁੰਦੀ, ਉਹ ਕਿੱਦਾਂ ਦੀ ਹੁੰਦੀ ਹੈ? ਜਿਹੜੀ ਐਕਸਪ੍ਰੈਸ ਐਂਟਰੀ ਹੈ, ਜਿਹੜੇ ਇਹ ਸਾਰੇ ਫੈਡਰਲ ਪ੍ਰੋਗਰਾਮ ਹੈ, ਇਹ ਆਉਂਦੇ ਨੇ ਤੁਹਾਡੇ ਡਰਾਜ਼ ਦੇ ਅੰਡਰ, ਠੀਕ ਹੈ। ਉਹਦੇ ਲਈ ਬਹੁਤ ਸਾਰੀਆਂ ਰਿਕੁਆਇਰਮੈਂਟਸ ਨੇ। ਤੁਹਾਡੀ ਏਜ ਇਜ਼ ਨੰਬਰ 1, ਸੈਕਿੰਡ ਤੁਹਾਡਾ ਜੇ ਐਜੂਕੇਸ਼ਨ ਇਜ਼ ਅ ਬਿਗ ਫੈਕਟਰ, ਠੀਕ ਹੈ। ਤੁਹਾਡੀ ਵੈਸ ਹੋਣੀ ਚਾਹੀਦੀ ਹੈ। ਉਹ ਸਾਰਾ ਕੁਝ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤਾਂ ਕਿ ਅਸੀਂ ਤੁਹਾਡੀ CRS ਦੀ ਸਕੋਰ ਸਿਸਟਮ ਦੀ ਤੁਹਾਡੀ ਫਾਈਲ ਬਣਾ ਦਈਏ ਅਕੋਰਡਿੰਗ ਟੂ ਦਾ ਪ੍ਰੋਵਿੰਸਿਸ, ਠੀਕ ਹੈ। ਤਾਂ ਕਿ ਜੇ ਕੋਈ ਡਰਾ ਨਿਕਲਦਾ ਹੈ ਤੁਸੀਂ ਉਹਦੇ 'ਚ ਈਜ਼ੀਲੀ ਉਹ ਤੁਹਾਡਾ ਨਾਮ ਪਿਕ ਕਰ ਲੈਣ, ਠੀਕ ਹੈ। ਅਗੇਨ ਫਾਈਲ ਬਣਾਉਣੀ ਪੈਂਦੀ ਹੈ ਉਹ ਸਾਰੀ। ਉਹਦੇ ਲਈ ਕਾਲ ਕਰੋ ਤੇ ਅਸੀਂ ਤੁਹਾਨੂੰ ਦੱਸ ਦਈਏ। ਮਤਲਬ ਆਬਲੀਗੇਸ਼ਨ ਕੋਈ ਨਹੀਂ ਹੈ ਕਿ ਹਾਂ ਤੁਸੀਂ ਕਾਲ ਕਰੋਗੇ ਤੇ ਪੰਜਾਬੀ 'ਚ ਕਹਿ ਲਓ ਵੀ ਫਸ ਜਾਓਗੇ ਕਿ ਇਹਨਾਂ ਨੇ ਕਹਿਣਾ ਕਿ ਹੁਣ ਤਾਂ ਹੀ ਛੱਡਾਂਗੇ ਕਿ ਜੇ ਸਾਡੇ ਕੋਲ ਫਾਈਲ ਲਵਾਓਗੇ। ਇੱਦਾਂ ਦਾ ਕੁਝ ਨਹੀਂ ਹੈ। ਅਸੀਂ ਤੁਹਾਨੂੰ ਐਜੂਕੇਟ ਕਰ ਰਹੇ ਹਾਂ ਕਿ ਉਹ 3 ਸਿਸਟਮ ਹੈਗੇ ਨੇ ਫੈਡਰਲ ਦੇ। ਜਿਹੜੀ ਐਕਸਪ੍ਰੈਸ ਹੈ ਉਹਦੇ ਵਿੱਚ 3 ਕੈਟਾਗਰੀਜ਼ ਨੇ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ ਕਲਾਸ ਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ। ਅਗੇਨ ਇਹਦੀਆਂ ਰਿਕੁਆਇਰਮੈਂਟਸ ਨੇ, ਤੁਹਾਡੀ ਵੈਸ ਹੋਣੀ ਚਾਹੀਦੀ ਹੈ, ਏਜ ਕੱਟ ਆਫ ਸਿਸਟਮ ਵੀ ਹੈਗਾ। ਉਹ ਸਾਰੇ ਦੇ ਲਈ ਅਸੀਂ ਤੁਹਾਨੂੰ ਗਾਈਡ ਕਰ ਸਕਦੇ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਦੇਖੋ ਜੀ ਹੁਣ ਕੈਨੇਡਾ ਤਾਂ ਆ ਗਏ, ਹੁਣ ਜਿਹੜਾ ਕੈਨੇਡਾ ਦਾ ਸਿਸਟਮ ਆ ਤੇ ਇੰਡੀਆ ਪੰਜਾਬ ਦਾ ਖਾਸ ਕਰਕੇ ਜਿਹੜਾ ਸਿਸਟਮ ਆ, ਦਿਨ ਰਾਤ ਦਾ ਫਰਕ ਵਾ। ਹਾਂਜੀ
ਹੁਣ ਅਸੀਂ ਆ ਤਾਂ ਜਾਣੇ ਕੈਨੇਡਾ 'ਚ, ਜਿਹੜੀ ਸਾਰਿਆਂ ਨਾਲੋਂ ਜ਼ਰੂਰੀ ਗੱਲ ਆ ਕੈਨੇਡਾ ਪਹੁੰਚ ਕੇ ਕੈਨੇਡਾ ਦੇ ਕਾਨੂੰਨਾਂ ਨੂੰ ਮੰਨਣਾ, ਕੈਨੇਡਾ ਦੇ ਲੋਕਾਂ ਦੇ ਹਿਸਾਬ ਨਾਲ ਚੱਲਣਾ। ਇੱਥੇ ਤੁਹਾਡੇ ਆਲੇ ਦੁਆਲੇ ਕਿੱਦਾਂ ਲੋਕੀ ਵਰਤਾਰਾ ਕਰਦੇ ਨੇ, ਕਿਹੋ ਜਿਹੇ ਨੇ, ਕੀ ਕਰਦੇ ਨੇ, ਉਹਨਾਂ ਦੇ ਹਿਸਾਬ ਨਾਲ ਚੱਲਣਾ ਤੇ ਕਾਨੂੰਨ ਨੂੰ ਭੰਗ ਨਾ ਕਰਨਾ ਬਹੁਤ ਜ਼ਰੂਰੀ ਆ। ਹਾਂਜੀ, ਇਹਦੇ ਵਿੱਚ ਜਿਹੜੀ ਗੱਲ ਹਾਈਲਾਈਟ ਕਰਨ ਵਾਲੀ ਹੈ, ਜਿਹੜੇ ਆਪਣੇ ਬੱਚੇ ਅੱਜ ਕੱਲ੍ਹ ਆ ਰਹੇ ਸਟੂਡੈਂਟਸ ਆ ਰਹੇ ਨੇ, ਬਹੁਤ ਸਾਰੇ ਮਿਹਨਤ ਵੀ ਕਰਦੇ ਨੇ, ਪੜ੍ਹਾਈ ਵੀ ਕਰਦੇ ਨੇ, ਸਭ ਕੁਝ ਕਰਦੇ, ਪਰ ਕੁਝ ਬੱਚੇ ਐਸੇ ਨੇ ਜਿਹੜੇ ਥੋੜੇ ਜਿਹੇ ਲਾਪਰਵਾਹ ਹੈ, ਉਹ ਸਿਸਟਮ ਦੇ ਵਿੱਚ ਖਰਾਬੀ ਕਰ ਰਹੇ ਆ। ਠੀਕ ਹੈ, ਤੇ ਉਹਨਾਂ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰਿਆਂ ਦੇ ਲਈ ਤੁਸੀਂ ਕੰਮ ਖਰਾਬ ਨਾ ਕਰੋ, ਕਿਉਂਕਿ ਪੇਰੈਂਟਸ ਬਹੁਤ ਮੁਸ਼ਕਲ ਨਾਲ ਤੁਹਾਨੂੰ ਇੱਥੇ ਭੇਜਦੇ ਨੇ। ਕਹਿ ਲਓ ਵੀ ਬੋਰੇ ਭਰ ਕੇ ਉਹਨਾਂ ਨੂੰ ਪੈਸਾ ਜਿਹੜਾ ਹੈ ਉਹ ਬੈਂਕ ਨੂੰ ਜਮ੍ਹਾਂ ਕਰਾਉਣਾ ਪੈਂਦਾ ਇੱਥੇ ਕੈਨੇਡੀਅਨ ਗਵਰਨਮੈਂਟ ਨੂੰ, ਤਾਂ ਉਹ ਇੱਥੇ ਆ ਸਕਦੇ ਨੇ। ਦੇਖੋ ਜੀ, ਜਿਹੜਾ ਮਾਂ-ਬਾਪ ਆ ਇੱਕ ਤਾਂ ਇੰਨੇ ਭਰੇ ਮਨ ਨਾਲ ਭੇਜਦਾ ਨਿਆਣੇ ਨੂੰ, 16 17 18 ਸਾਲਾਂ ਦੇ ਨਿਆਣਿਆਂ ਨੂੰ ਘਰੋਂ ਭੇਜਣਾ ਸੌਖਾ ਕਿਤੇ। ਹਾਂਜੀ, ਅੱਛਾ, ਗੱਲ ਕਰਦੇ ਇਹਦੇ ਬਾਰੇ, ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਇਸ ਟੌਪਿਕ ਨੂੰ ਗਾਂਹ ਕਰਨਾ ਆ, ਪਰ ਇਸ ਵੇਲੇ ਸਾਡੇ ਪ੍ਰੋਗਰਾਮ ਵਿੱਚ ਟਾਈਮ ਆ ਗਿਆ ਨਿੱਕੀ ਜਿਹੀ ਬ੍ਰੇਕ ਲੈਣ ਦਾ। ਇਹ ਬ੍ਰੇਕ ਲੈਂਦੇ ਆ ਤਾਂ ਉਹ ਤੋਂ ਬਾਅਦ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੁੰਦੇ ਹਾਂ। ਵੀ ਬ੍ਰੇਕ ਤੇ ਬਾਅਦ ਹੁਣ ਮੇਰੇ ਖਿਆਲ ਵਿੱਚ ਇੱਕ ਗੱਲ ਆਉਂਦੀ ਆ। ਹਾਂਜੀ, ਵੀ ਅਸੀਂ ਇੰਡੀਆ ਜਾਂ ਪੰਜਾਬ ਨੂੰ ਛੱਡ ਕੇ ਕੈਨੇਡਾ ਕਿਉਂ ਆਉਂਦੇ ਆ? ਇਸ ਕਰਕੇ ਆਉਂਦੇ ਆ ਵੀ ਕੈਨੇਡਾ ਦੁਨੀਆ ਦਾ ਸਾਰਿਆਂ ਨਾਲੋਂ ਬਿਹਤਰੀਨ ਮੁਲਕ ਆ। ਇੱਥੇ ਸਾਰਿਆਂ ਦੀ ਸੇਫਟੀ ਆ, ਇੱਥੇ ਸਾਰਿਆਂ ਦਾ ਮੈਡੀਕਲ ਕਵਰ ਵਾ, ਕਿਸੇ ਚੀਜ਼ ਦੀ ਫਿਕਰ ਨਹੀਂ, ਮੁਲਕ ਸਾਰਿਆਂ ਨਾਲੋਂ ਵਧੀਆ, ਔਰ ਅਸੀਂ ਆਪਣੀ ਜ਼ਿੰਦਗੀ ਵਧੀਆ ਬਣਾਉਣ ਲਈ ਇੱਥੇ ਆਉਂਦੇ, ਜ਼ਿੰਦਗੀ ਸਵਾਰਨ ਲਈ ਆਉਂਦੇ ਆ, ਅੱਗਾ ਸਵਾਰਨ ਲਈ ਆਉਂਦੇ ਆ। ਤੇ ਨਾਲ ਨਾਲ ਦਿਮਾਗ 'ਚ ਇਹ ਵੀ ਸੋਚ ਹੁੰਦੀ ਆ ਜਦੋਂ ਪੇਰੈਂਟਸ ਭੇਜਦੇ ਆ ਕਿ ਪਿੱਛਾ ਵੀ ਸੌਰਿਆ ਜਾਵੇ। ਪਰ ਜਦੋਂ ਇੱਥੇ ਆ ਕੇ ਬੱਚੇ ਨਾਦਾਨੀ ਦੇ ਵਿੱਚ ਗਲਤੀਆਂ ਕਰ ਲੈਂਦੇ ਨੇ, ਉਹਨਾਂ ਦੇ ਨਾਲ ਜਿਹੜੇ ਚੰਗੇ ਬੱਚੇ ਉਹ ਵੀ ਰਗੜੇ ਜਾਂਦੇ ਆ। ਜਿੱਦਾਂ ਪਿੱਛੇ ਜੇ ਇੱਕ ਕੁੜੀ ਦਾ ਕਤਲ ਹੋਇਆ, ਮੁੰਡੇ ਦਾ ਵੀ ਹੋਇਆ ਉੱਥੇ। ਫਿਰ ਜਦੋਂ ਜੇ ਤੁਹਾਨੂੰ ਸਵਿਮਿੰਗ ਨਹੀਂ ਆਉਂਦੀ, ਤੁਸੀਂ ਕਿਉਂ ਜਾਂਦੇ ਹੋ ਕਿਤੇ ਵੀ? ਠੀਕ ਹੈ, ਫਿਰ ਜਦੋਂ ਇੱਥੇ ਮਤਲਬ ਉਹਨਾਂ ਦੀ ਡੈਥ ਹੋ ਜਾਂਦੀ ਹੈ, ਇਹ ਸੋਚੋ ਕਿ ਜਿਹੜੇ ਪਿੱਛੇ ਪੇਰੈਂਟਸ ਨੇ ਉਹਨਾਂ ਦਾ ਕੀ ਬਣਦਾ ਹੈ। ਦੇਖੋ ਜੀ, ਇਹ ਜਿਹੜੀ ਜ਼ਿੰਦਗੀ ਆ ਇਹ ਬਾਰ-ਬਾਰ ਤਾਂ ਆਉਣੀ ਨਹੀਂ। ਜੇ ਤੁਸੀਂ ਕਹੋ ਜੀ ਐਤਕੀ ਚਲੋ ਛੇਤੀ ਚੱਲ ਗਿਆ ਤਾਂ ਅਗਲੀ ਵਾਰੀ ਟਾਈਮ ਲਾ ਦਾਂਗੇ, ਇਹ ਮੁੜ ਕੇ ਨਹੀਂ ਆਉਣੀ, ਇਹ ਬਾਰ-ਬਾਰ ਨਹੀਂ ਆਉਂਦੀ। ਤੇ ਸਾਰਿਆਂ ਨਾਲੋਂ ਵੱਡੀ ਗੱਲ ਆ ਕੈਨੇਡਾ ਵਿੱਚ ਆ ਕੇ ਇੱਥੇ ਦੇ ਕਾਨੂੰਨ ਨੂੰ ਮੰਨਣਾ। ਜੇ ਇੱਥੇ ਦਾ ਕਾਨੂੰਨ ਨਹੀਂ ਮੰਨਣਾ ਫਿਰ ਤਾਂ ਆਪਾਂ ਸਮਝ ਲਓ ਬਣਾਤਾ, ਇਹ ਵੀ ਬਿਹਾਰ ਬੰਗਾਲ ਬਣਾਤਾ, ਫਿਰ ਯੂਪੀ ਬਣਾਤਾ, ਇੱਥੇ ਵੀ ਉਹੀ ਕੰਮ ਸ਼ੁਰੂ ਹੋ ਜਾਣੇ ਆ। ਸੋ ਇਹ ਬੜਾ ਜ਼ਰੂਰੀ ਆ। ਇੱਥੇ ਮੈਂ ਦੇਖਿਆ ਜੀ ਨਿਆਣੇ ਜਿਹੜੇ ਹੈਗੇ ਆ 17 18 ਸਾਲਾਂ ਦੇ, ਕਾਰਾਂ ਮਿਲ ਜਾਂਦੀਆਂ ਆਉਂਦਿਆਂ ਨੂੰ, ਕਿਉਂਕਿ ਦੇਖੋ ਇਹ ਮੁਲਕ ਬੇਤਹਾਸ਼ਾ ਦੜਾਉਂਦੇ ਨੇ, ਇਹ ਓਨੈਸਟ ਮੁਲਕ ਹੈ। ਇਸ ਕਰਕੇ ਇੱਥੇ ਤੁਹਾਨੂੰ ਜੇ ਤੁਸੀਂ ਪੇਪਰ ਜਾਲੀ ਵੀ ਬਣਾ ਕੇ ਕਿਸੇ ਫਾਈਨੈਂਸਿੰਗ ਕੰਪਨੀ ਨੂੰ ਦਿੰਦੇ ਹੋ, ਇਹ ਕਹਿ ਕੇ ਕਿ ਸਾਡੇ ਪੇਪਰ ਜੀ ਬਿਲਕੁਲ ਲੈਜਿਟਮੇਟ ਨੇ, ਉਹ ਤੁਹਾਨੂੰ ਕਾਰ ਫਾਈਨੈਂਸ ਕਰਕੇ ਦੇ ਦਿੰਦੇ ਨੇ। ਠੀਕ ਹੈ, ਫਿਰ ਤੁਸੀਂ ਉਹ ਕਾਰਾਂ ਦਾ ਮਿਸਯੂਜ਼ ਕਰਦੇ ਹੋ, ਸਭ ਕੁਝ ਕਰਦੇ ਹੋ, ਐਂਡ ਟੌਪ ਆਫ ਦੈਟ ਜਾਨਾਂ ਜਾਂਦੀਆਂ, ਲੜਾਈਆਂ ਹੁੰਦੀਆਂ ਆ। ਮਤਲਬ ਹੁਣ ਬਰੈਂਪਟਨ ਦੇ ਵਿੱਚ ਸ਼ੈਰਡਨ ਕਾਲਜ ਇਸ ਗੱਲ ਲਈ ਮਸ਼ਹੂਰ ਹੋ ਚੁੱਕਾ ਹੈ। ਦੇਖੋ ਨਾ ਜੀ, ਔਰ ਇਹ ਗੱਲ ਦੇਖਣ ਔਰ ਸੁਣਨ ਵਿੱਚ ਆਈ ਆ ਕਿ ਹਰ ਹਫਤੇ ਇੱਕ ਅੱਧੇ ਫੋਰਨ ਸਟੂਡੈਂਟ ਦੀ ਜਾਨ ਜਾਂਦੀ ਆ। ਹਾਂਜੀ, ਕਿਉਂਕਿ ਹੇਟ ਕ੍ਰਾਈਮ ਇਸੇ ਕਰਕੇ ਵੱਧ ਰਹੇ ਨੇ ਕਿ ਜਿਹੜੇ ਇੱਥੋਂ ਦੇ ਬੱਚੇ ਆ, ਭਾਵੇਂ ਉਹ ਇੰਡੀਅਨ ਨੇ, ਭਾਵੇਂ ਉਹ ਇੱਥੋਂ ਦੇ ਬੋਰਨ ਜਿਹੜੇ ਆ, ਮਤਲਬ ਵਾਈਟ ਕਮਿਊਨਿਟੀ ਤੁਸੀਂ ਕਹਿ ਲਓ। ਠੀਕ ਹੈ, ਜੇ ਉਹ ਕਹਿੰਦੇ ਨੇ ਕਿ ਅਸੀਂ ਮਿਹਨਤ ਕਰਦੇ ਹਾਂ, ਅਸੀਂ ਸਮਰ ਜੌਬਸ ਕਰਦੇ ਹਾਂ, ਅਸੀਂ ਗਾਰਡਨਿੰਗ ਜੌਬਸ ਇੱਧਰ ਉੱਧਰ ਕਰਕੇ ਅਸੀਂ ਸਮਰ 'ਚ ਪੈਸਾ ਕਮਾ ਰਹੇ ਹਾਂ। ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਮਤਲਬ ਗੱਡੀਆਂ ਤੇ ਘੁੰਮ ਰਹੇ ਆ, ਕੋਈ ਉਹਨਾਂ ਨੂੰ ਕੰਮ ਦੀ ਪਰਵਾਹ ਨਹੀਂ ਹੈ। ਅਗੇਨ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ, ਮਤਲਬ ਇਹ ਕੁਝ ਜਿਹੜੇ ਬੱਚੇ ਨੇ ਕਰ ਰਹੇ ਨੇ। ਠੀਕ ਹੈ, ਕੁਝ ਸਪੈਸ਼ਲ ਫਿਰ ਹੇਟ ਕ੍ਰਾਈਮ, ਹਾਂਜੀ, ਉਹ ਫਿਰ ਹੇਟ ਕ੍ਰਾਈਮ ਤਾਂ ਹੀ ਵੱਧ ਰਹੇ ਨੇ। ਠੀਕ ਹੈ, ਤੇ ਦੇਖੋ ਇੱਥੇ ਜਦੋਂ ਬੱਚਾ ਹੁੰਦਾ 17 18 ਸਾਲਾਂ ਦਾ, ਉਹਦੇ ਮਾਂ-ਬਾਪ ਕਹਿੰਦੇ ਆ ਵੀ ਹੁਣ ਤੂੰ ਕੰਮ ਕਰਨਾ ਆ ਪਾਰਟ ਟਾਈਮ, ਫਿਰ ਤੂੰ ਆਪਣੀ ਫੀਸ ਦੇਣੀ, ਆਪਣੇ ਕੱਪੜੇ ਤੂੰ ਆਪ ਲੈਣੇ ਆ, ਤੇ ਤੂੰ ਆਪਣੀ ਜ਼ਿੰਮੇਵਾਰੀ ਚੱਕਣੀ। ਦੇਖੋ ਨਾ, ਜ਼ਿੰਮੇਵਾਰੀ ਤਾਂ ਹੀ ਸਮਝ ਆਉਂਦੀ ਤੁਹਾਨੂੰ। ਹਾਂਜੀ ਹਾਂਜੀ, ਜੇ ਤੁਸੀਂ ਇੰਨੀ ਦੂਰੋਂ ਇੰਡੀਆ ਤੋਂ ਆ ਕੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਚੱਕਣੀ, ਆਪਣੇ ਮਾਂ-ਬਾਪ ਦੇ ਪਤਾ ਨਹੀਂ ਉਹਨਾਂ ਨੇ ਜ਼ਮੀਨਾਂ ਗਹਿਣੇ ਰੱਖ ਕੇ ਕਿੱਥੋਂ ਪੈਸੇ ਫੜ ਕੇ ਤੁਹਾਨੂੰ ਭੇਜਿਆ,
ਜੇ ਤੁਸੀਂ ਉਹਨਾਂ ਦਾ ਹੀ ਨਹੀਂ ਫਿਕਰ ਕਰਨਾ ਤਾਂ ਫਿਰ ਇੰਨੇ ਔਖੇ ਹੋਣ ਦਾ ਫਾਇਦਾ ਕੀ ਹੈ। ਨਹੀਂ ਬਿਲਕੁਲ ਮਤਲਬ ਅਗੇਨ ਇਹੀ ਹੈ ਕਿ ਸਿਆਣੇ ਬਣੋ, ਸਿਆਣੇ ਮਾਂ ਪਿਓ ਨੇ ਬਹੁਤ ਮਿਹਨਤ ਕਰਕੇ ਤੁਹਾਨੂੰ ਇੱਥੇ ਕੱਢਿਆ ਆ, ਤੁਹਾਡੀ ਬੈਟਰ ਫਿਊਚਰ ਲਈ ਕੱਢਿਆ, ਉਹਨਾਂ ਦੀ ਜਿਹੜੀ ਰਹਿੰਦੀ ਜ਼ਿੰਦਗੀ ਹੈ ਉਹਨੂੰ ਸਵਾਰਨ ਲਈ ਭੇਜਿਆ। ਸੋ ਇਸ ਗੱਲ ਤੇ ਅਮਲ ਕਰੋ। ਤੇ ਦੂਜਾ ਆਪਣੇ ਇੱਕ ਹੋਰ ਪ੍ਰੋਗਰਾਮ ਆ ਨੈਣੀ ਪ੍ਰੋਗਰਾਮ, ਹਾਂਜੀ, ਜਿਹਨੂੰ ਆਪਾਂ ਨਾਨੀ ਕਹਿ ਦੇਈਦਾ ਪੰਜਾਬੀ ਚ, ਅੰਗਰੇਜ਼ੀ ਚ ਨੈਣੀ ਕਹਿ ਦਿੰਦੇ। ਹਾਂ ਬਿਲਕੁਲ ਠੀਕ ਗੱਲ ਕਹੀ ਵੈਸੇ ਤੁਸੀਂ। ਹਾਂਜੀ, ਤੇ ਉਹ ਦੱਸੋ ਕਿੱਦਾਂ ਉਹਦੇ ਥਰੂ ਕਿੱਦਾਂ ਆ ਸਕਦੇ ਆਪਣੇ ਗੁੱਡੀਆਂ ਬੀਬੀਆਂ ਕਾਫੀ ਆ ਜਾਂਦੀਆਂ ਉਹਦੇ ਵਿੱਚ। ਹਾਂਜੀ, ਜਿਹੜਾ ਨਾਨੀ ਪ੍ਰੋਗਰਾਮ ਜਾਂ ਨੈਣੀ ਪ੍ਰੋਗਰਾਮ ਇਹਨਾਂ ਦੇ ਕਹਿਣ ਮੁਤਾਬਿਕ ਉਹ ਹੈਗਾ ਕਿ ਜੇ ਤੁਸੀਂ ਛੋਟੇ ਬੱਚਿਆਂ ਦੀ ਕੇਅਰ ਲਈ ਤੁਸੀਂ ਇੰਡੀਆ ਤੋਂ ਇੱਕ ਬਹੁਤ ਅੱਛਾ ਪ੍ਰੋਗਰਾਮ ਹੈ ਕਿ ਤੇ ਤੁਸੀਂ ਇੰਡੀਆ ਤੋਂ ਕਿਸੇ ਨੂੰ ਸੱਦਣਾ ਚਾਹੁੰਦੇ ਹੋ ਤੇ ਉਹ ਕੁਆਲੀਫਾਈਡ ਹੋਣੇ ਚਾਹੀਦੇ ਆ, ਤੁਹਾਡੇ ਛੋਟੇ ਬੱਚੇ ਹੋਣੇ ਚਾਹੀਦੇ ਆ ਤੇ ਅਗੇਨ ਰਿਕੁਆਇਰਮੈਂਟਸ ਮੀਟ ਹੋਣੀਆਂ ਚਾਹੀਦੀਆਂ। ਇਹਨਾਂ ਦਾ ਜਿਹੜਾ ਗਵਰਨਮੈਂਟ ਕੋਟਾ ਹੈ ਬਹੁਤ ਥੋੜਾ ਕੱਢਦੀ ਹੈ, ਇਹ ਜਨਵਰੀ ਦੇ ਲਾਗੇ ਛਾਗੇ ਹੁੰਦਾ ਹੈ ਸਾਰਾ ਕੰਮ, ਤੇ ਉਸ ਤੋਂ ਪਹਿਲੇ ਤੁਸੀਂ ਆਪਣੀ ਸਾਰੀ ਫਾਈਲ ਪ੍ਰਪੇਅਰ ਕਰਵਾਓ ਤਾਂ ਕਿ ਤੁਸੀਂ ਉੱਥੋਂ ਸੱਦ ਸਕੋ। ਸੈਕਿੰਡ ਪ੍ਰੋਗਰਾਮ ਹੈ ਕੇਅਰ ਗਿਵਰ ਦਾ, ਜਿਹਦੇ 'ਚ ਤੁਸੀਂ ਬਜ਼ੁਰਗਾਂ ਦੀ ਕੇਅਰ ਲਈ ਸੱਦ ਸਕਦੇ ਹੋ। ਉਹ ਜਿਹੜੇ ਬੰਦੇ ਨੂੰ ਇੰਡੀਆ ਤੋਂ ਸੱਦਣਾ ਉਹਨਾਂ ਦਾ ਥੋੜਾ ਜਿਹਾ ਮੈਡੀਕਲ ਦੇ ਨਾਲ ਰਿਲੇਟਡ ਫੀਲਡ ਹੋਣਾ ਚਾਹੀਦਾ। ਅਗੇਨ ਆਪਾਂ ਤੁਹਾਨੂੰ ਦੱਸਾਂਗੇ, ਤੁਸੀਂ ਫੋਨ ਕਰੋ। ਉਹ ਵਾਲਾ ਪ੍ਰੋਗਰਾਮ ਆਲ ਈਅਰ ਰਾਉਂਡ ਚੱਲਦਾ ਰਹਿੰਦਾ ਹੈ, ਪਰ ਅਗੇਨ ਕੋਟਾ ਹੁੰਦਾ, ਜੇ ਉਹ ਭਰ ਗਿਆ ਫਿਰ ਉਹ ਬੰਦ ਹੋ ਜਾਂਦਾ। ਤੇ ਉਹਦੇ ਲਈ ਵੀ ਅਸੀਂ ਮਤਲਬ ਹੈਲਪ ਕਰ ਸਕਦੇ ਹਾਂ ਕਿ ਇੰਡੀਆ ਤੋਂ ਜੇ ਕਿਸੇ ਨੇ ਨਰਸਿੰਗ ਕੀਤੀ ਹੈ ਜਾਂ ਕਿਸੇ 올ਡ ਏਜ ਹੋਮ 'ਚ ਕੋਈ ਕੰਮ ਕਰ ਰਿਹਾ ਤੇ ਉਹ ਇੱਥੋਂ ਦੇ ਨਾਲ ਸਾਰੀਆਂ ਰਿਕੁਆਇਰਮੈਂਟ ਮੀਟ ਕਰਦੇ। ਪਲੱਸ ਇਹ ਸਾਰੇ ਉਹਦੇ ਵਿੱਚ ਉਹਨਾਂ ਨੂੰ ਇੰਗਲਿਸ਼ ਬੋਲਣੀ, ਲਿਖਣੀ, ਪੜ੍ਹਨੀ, ਸੁਣਨੀ ਆਉਣੀ ਚਾਹੀਦੀ ਹੈ। ਸੋ ਇੱਥੇ ਆਇਲਸ ਕੰਮ ਆਉਂਦਾ ਹੈ ਤੇ ਮੈਂ ਅਲਬਰਟਾ ਵਾਲੇ ਆਫਿਸ 'ਚ ਆਇਲਸ ਵੀ ਕਰਵਾਉਂਦੀ ਹਾਂ। ਬਹੁਤ ਸਾਰੇ ਟਰੱਕ ਵਾਲੇ ਜਿਹੜੇ ਭਰਾ ਨੇ ਉਹ ਮੇਰੇ ਕੋਲੋਂ ਆਇਲਸ ਕਰਦੇ ਨੇ, ਕੁੱਕ ਨੇ ਜਿਹੜੇ, ਜਿਨ੍ਹਾਂ ਦੀਆਂ ਰਿਕੁਆਇਰਮੈਂਟ ਜ਼ਰੂਰ ਹੈ ਪਰ ਕਹਿ ਲਓ ਕਿ ਸਮਝਣ ਦਾ ਥੋੜਾ ਔਖਾ ਲੱਗਦਾ ਹੈ। ਸੋ ਮੈਂ 1-to-1 ਉਹਨਾਂ ਨੂੰ ਆਇਲਸ ਦੇ ਲੈਸਨ ਦਿੰਦੀ ਹਾਂ, ਸੈਲਫ-ਪਿਪ ਦੇ, ਉਹਦੇ ਲਈ ਮੈਂ ਉਹਨਾਂ ਨੂੰ ਪ੍ਰਪੇਅਰ ਕਰਦੀ ਹਾਂ। ਸੋ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਬੜੀ ਅੱਛੀ ਜੀ, ਅੱਜ ਤਾਂ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਸਾਡੇ ਜਿੰਨੇ ਵੀ ਜਾਣਨ ਦੇਖਣ ਵਾਲੇ ਨੇ ਇੰਡੀਆ ਵਿੱਚ, ਪੰਜਾਬ ਵਿੱਚ, ਉਹ ਬੜੀ ਇਸ ਗੱਲਬਾਤ ਤੋਂ ਲਾਭ ਲੈਣਗੇ। ਤੇ ਬਾਕੀ ਇਹਨਾਂ ਦੀ ਰੋਸ਼ਨੀ ਇਮੀਗ੍ਰੇਸ਼ਨ consultant.com ਇਹਨਾਂ ਦੀ ਸਾਈਟ ਆ, ਉੱਥੇ ਜਾ ਸਕਦੇ ਹੋ। ਰੋਸ਼ਨੀ consultant.com ਹੈ, ਤੁਸੀਂ ਉੱਥੇ ਮਤਲਬ ਦੇਖ ਸਕਦੇ ਹੋ। ਸਾਡੀਆਂ ਆਲਮੋਸਟ ਕੈਨੇਡਾ ਦੇ ਸਾਰੇ ਕਾਲਜਿਸ ਨਾਲ ਡਾਇਰੈਕਟ ਟਾਈ ਅਪਸ ਨੇ, ਕੁਝ ਡਾਇਰੈਕਟ ਨੇ, ਕੁਝ ਇਨਡਾਇਰੈਕਟ ਨੇ। ਬੈਸਟ ਪ੍ਰੋਗਰਾਮ ਤੁਹਾਡੇ ਲਈ ਲੱਭ ਕੇ ਦੇਵਾਂਗੇ ਅਕੋਰਡਿੰਗ ਟੂ ਜਿਹੜੀ ਤੁਸੀਂ ਸਟੱਡੀ ਕੀਤੀ ਹੋਈ ਹੈ। ਤੇ ਇਹਦੇ ਨਾਲ ਬਹੁਤ ਥੋੜਾ ਜਿਹਾ ਅਸੀਂ ਉਪਰਾਲਾ ਕੀਤਾ ਹੋਇਆ ਹੈ ਕਿ ਜਿਹੜੇ ਸਟੂਡੈਂਟਸ ਸਾਡੇ ਥਰੂ ਇੰਡੀਆ ਵਾਲੇ ਆਫਿਸ ਦੇ ਥਰੂ ਇੱਥੇ ਆਉਂਦੇ ਆ, ਉਹਨਾਂ ਦੀ ਅਸੀਂ ਇੱਥੇ ਪੂਰੀ ਹੈਲਪ ਕਰਦੇ ਹਾਂ। ਫੋਰ ਐਗਜ਼ਾਮਪਲ, ਜਦੋਂ SIN ਨੰਬਰ ਅਪਲਾਈ ਕਰਨਾ ਹੈ, ਹੈਲਥ ਕਾਰਡ ਅਪਲਾਈ ਕਰਨਾ ਹੈ, ਫਿਰ ਤੁਸੀਂ ਬੈਂਕ ਅਕਾਊਂਟ, ਪਿੱਛੇ ਜੇ ਇੱਕ ਕੁੜੀ ਆਈ ਸੀ, ਉਹਨੂੰ ਬਹੁਤ ਮੁਸ਼ਕਿਲ ਹੋਈ ਸੀਗੀ ਮਤਲਬ ਬੈਂਕ 'ਚ ਜਾ ਕੇ, ਉਹ ਘਬਰਾ ਜਾਂਦੀ ਸੀਗੀ ਤੇ ਆਲਦੋ ਆਇਲਸ ਉਹਨੇ ਕਲੀਅਰ ਕੀਤਾ ਹੋਇਆ ਸੀ ਪਰ ਉਹ ਘਬਰਾਉਂਦੀ ਸੀ। ਫਿਰ ਮੈਂ ਜਾ ਕੇ ਉਹਦੀ ਹੈਲਪ ਕੀਤੀ। ਹੁੰਦਾ ਜੀ, ਘਬਰਾ ਜਾਂਦੇ ਬਹੁਤ ਛੇਤੀ। ਸੋ ਅਸੀਂ ਉਹ ਵੀ ਨਾਲ ਹੈਲਪ ਪ੍ਰੋਵਾਈਡ ਕਰਦੇ ਹਾਂ। ਤੇ ਬਾਕੀ ਜਿਹੜੇ ਮਾਈਨਰ ਸਟੂਡੈਂਟ ਆ 16 ਸਾਲਾਂ ਦੇ ਜਾਂ ਬਹੁਤ ਯੰਗ ਏਜ ਵਿੱਚ ਆ ਜਾਂਦੇ ਆ, ਉਹਨਾਂ ਦੀਆਂ ਕੋਈ ਸਪੈਸ਼ਲ ਹੁੰਦੀਆਂ ਰਿਕੁਆਇਰਮੈਂਟ? ਹਾਂਜੀ, ਸੋ ਫਾਰ ਸਿਰਫ ਅਲਬਰਟਾ ਦੇ ਵਿੱਚ ਮੈਂ ਇੱਕ ਸਕੂਲ ਦੇ ਨਾਲ ਟਾਈ ਅਪ ਕੀਤਾ ਹੈ ਜਿੱਥੇ ਤੁਸੀਂ ਮਾਈਨਰ ਸਟੂਡੈਂਟਸ ਨੂੰ ਇੰਡੀਆ ਤੋਂ ਸੱਦ ਸਕਦੇ ਹੋ, ਜਿਹੜੇ ਇੱਥੇ 11th ਗ੍ਰੇਡ ਤੋਂ ਐਡਮਿਸ਼ਨ ਲੈਣਗੇ। ਉਹਨਾਂ ਦੀ ਆਇਲਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ, ਉਹਨਾਂ ਦੀ ਫੀਸ ਵੀ ਥੋੜੀ ਘੱਟ ਹੈ। ਇੰਟਰਨੈਸ਼ਨਲ ਸਟੂਡੈਂਟ ਦੀ ਉੱਦਾਂ ਫੀਸ 15,000 ਹੁੰਦੀ ਹੈ, ਇਹਨਾਂ ਦੀ 12,000 ਫੀਸ ਹੈ। ਸੋ ਉਹ ਮੈਂ ਟਾਈ ਅਪ ਕੀਤਾ ਹੋਇਆ। ਜੇ ਕਿਸੇ ਨੇ ਆਪਣੀ ਕੋਈ ਰਿਸ਼ਤੇਦਾਰ ਦਾ ਬੱਚਾ, ਹਾਂ ਤੁਹਾਨੂੰ ਗਾਰਡੀਅਨਸ਼ਿਪ ਸਾਈਨ ਜ਼ਰੂਰ ਕਰਨੀ ਪੈਂਦੀ ਹੈ, ਉਹਦੇ ਲਈ ਤੁਹਾਨੂੰ ਪ੍ਰਪੇਅਰ ਹੋਣਾ ਪੈਣਾ, ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਉਹ ਕਰਕੇ ਤੇ ਉਹ ਵੀ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ। ਅਗੇਨ ਸਿਰਫ ਅਲਬਰਟਾ 'ਚ, ਹਲੇ ਟੋਰਾਂਟੋ ਵਾਲੇ ਪਾਸੇ ਹਲੇ ਮੈਂ ਨਹੀਂ ਉਹ ਸ਼ੁਰੂ ਕੀਤਾ, ਸੂਨ ਆਪਾਂ ਸ਼ੁਰੂ ਕਰਾਂਗੇ। ਤੇ ਇੱਕ ਕਈ ਆਉਂਦੇ ਆ ਐਮਪਲੋਇਰ ਦੇ ਥਰੂ ਇੱਥੇ ਆਉਂਦੇ ਵੀਜ਼ਾ ਲੈ ਕੇ। ਐਮਪਲੋਇਰ ਕਈ ਵਾਰ ਉਹਨਾਂ ਨੂੰ ਹਰਾਸਮੈਂਟ ਕਰਦੇ ਆ ਜਾਂ ਕਿੰਨਾ ਕੁਛ ਇੱਥੇ ਚੱਲਦਾ, ਤਨਖਾਹਾਂ ਨਹੀਂ ਦਿੰਦੇ ਕਈ ਬੰਦੇ, ਆਪਣੇ ਫਾਇਦਾ ਉਠਾਉਂਦੇ ਆ ਬੱਚਿਆਂ ਦਾ, ਕਈਆਂ ਦਾ, ਉਹਨਾਂ ਬਾਰੇ ਵੀ ਦੱਸੋ। ਠੁਣਿਆ ਰਾਮ ਜੀ, ਉਹ ਇੱਦਾਂ ਹੈ ਕਿ ਇਹ ਪ੍ਰੋਗਰਾਮ ਗਵਰਨਮੈਂਟ ਨੇ ਇੰਟਰੋਡਿਊਸ ਜ਼ਰੂਰ ਕੀਤਾ ਪਰ ਬਹੁਤ ਸਾਰੇ ਲੋਕੀ ਇਸ ਚੀਜ਼ ਦਾ ਫਾਇਦਾ ਚੁੱਕ ਰਹੇ ਨੇ, ਜਿੱਥੇ ਕਿ ਸਿਰਫ EMPLOYER ਹੀ ਗਲਤ ਨਹੀਂ ਹੁੰਦਾ, ਤੁਸੀਂ ਵੀ ਗਲਤ ਹੋ ਜਾਂਦੇ ਹੋ ਕਿਉਂਕਿ ਤੁਸੀਂ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰ ਲੈਂਦੇ ਹੋ। ਉਹਦੇ 'ਚ ਅਸੀਂ ਇੱਥੇ ਹੈਲਪ ਕਰ ਸਕਦੇ ਹਾਂ ਕਿ ਅਕੋਰਡਿੰਗ ਟੂ ਯੋਰ ਪ੍ਰੋਫਾਈਲ ਜਾਂ ਤੁਹਾਡੀ ਸਾਰੀ ਗੱਲਬਾਤ ਸੁਣ ਕੇ
ਤੁਹਾਡਾ ਓਪਨ ਵਰਕ ਪਰਮਿਟ ਕਰਵਾ ਸਕਦੇ ਆ। ਸਿਰਫ ਤੇ ਸਿਰਫ ਉਹ 3 ਮਹੀਨੇ ਲਈ ਵੈਲਿਡ ਹੁੰਦਾ ਹੈ। ਸ਼ਾਇਦ ਸੁਣਨ ਚ ਆਇਆ ਕਿ 6 ਤੱਕ ਵੀ ਉਹਨਾਂ ਨੇ ਹੁਣ ਕਰ ਦਿੱਤਾ ਹੈ, ਪਰ ਇੰਨਾ ਕੀ ਵੈਲਿਡ ਹੁੰਦਾ ਹੈ। ਜਦੋਂ ਤੁਹਾਡਾ ਨਵਾਂ EMPLOYER ਤੁਹਾਨੂੰ ਉਸ ਟਾਈਮ 'ਚ ਲੱਭਣਾ ਪੈਂਦਾ, ਨਵਾਂ EMPLOYER ਤੁਸੀਂ ਲੱਭ ਲਿਆ, ਤੁਹਾਡਾ ਵਰਕ ਪਰਮਿਟ ਫਿਰ ਕਲੋਜ਼ ਹੋ ਜਾਏਗਾ। ਲਓ ਜੀ, ਕਿੰਨੀ ਵਧੀਆ ਜਾਣਕਾਰੀ ਦਿੱਤੀ ਅੱਜ ਬੀਬਾ ਨੇ ਆ ਕੇ, ਤੇ ਮੌਜਾਂ ਲੱਗ ਗਈਆਂ। ਸਾਨੂੰ ਫੋਨ ਬੜੇ ਆਉਂਦੇ ਸੀ ਇੰਡੀਆ ਤੋਂ ਵੀ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਦਿਓ। ਆ ਦੇਖੋ ਬੀਬਾ ਦਾ ਫੋਨ ਵੀ ਆਉਂਦਾ, ਕੋਈ ਗੱਲਬਾਤ ਪੁੱਛਣੀ ਤਾਂ ਇਹ 'ਤੇ ਫੋਨ ਕਰਕੇ ਤੁਸੀਂ ਪੁੱਛ ਸਕਦੇ ਆ। ਤੇ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮ ਵਿੱਚ ਇਹੀ ਜਾਣਦੇ ਜਾਂਦੇ ਕਹੀਦਾ ਆ। ਤੇ ਕਿਉਂਕਿ ਅੱਜ ਸੰਘਾ ਸਾਹਿਬ ਆਏ ਨਹੀਂ, ਤੇ ਅਸੀਂ ਦੂਜੀਆਂ ਪੋਲੀਟੀਕਲ ਗੱਲਾਂ ਜਾਂ ਹੋਰ ਪੰਜਾਬ ਦੇ ਜਿਹੜੇ ਮਾਹੌਲ ਨੇ ਉਹ ਕੀਤੀਆਂ ਨਹੀਂ, ਅਸੀਂ ਕੰਮ ਦੀ ਗੱਲ ਅੱਜ ਕੀਤੀ ਆ ਇਮੀਗ੍ਰੇਸ਼ਨ ਦੀ। ਸੋ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਏਗੀ। ਤਾਂ ਇੱਕ ਵਾਰ ਫੇਰ ਜਾਣ ਤੋਂ ਪਹਿਲਾਂ ਦੱਸ ਦਈਏ, ਭਾਈ ਰੁੱਖ ਲਾਓ, ਦਰਖਤ ਲਾਓ ਆਪਣੇ ਆਪਣੇ ਘਰਾਂ ਵਿੱਚ, ਆਪਣੇ ਆਪਣੇ ਜਿੱਥੇ ਤੁਹਾਨੂੰ ਜਗ੍ਹਾ ਹੈਗੀ ਆ, ਕਿਉਂਕਿ ਆਕਸੀਜਨ ਆ ਇਹ ਸਾਡੀਆਂ ਇੱਦਾਂ ਨਾ ਹੋਵੇ ਆਉਣ ਵਾਲੀਆਂ ਨਸਲਾਂ ਨੂੰ ਆਕਸੀਜਨ ਹੀ ਨਾ ਮਿਲੇ। ਪੰਜਾਬ 'ਚ ਪਾਣੀ ਤਾਂ ਹੁਣ ਪਤਾ ਨਹੀਂ ਕਿੱਥੇ ਉਤਰ ਗਿਆ। ਝੋਨੇ ਜਰਾ ਘੱਟ ਲਾਓ, ਤੇ ਇਹ ਵੀ ਬੜੀ ਬੇਨਤੀ ਆ। ਤੇ ਮਾਵਾਂ ਧੀਆਂ ਭੈਣਾਂ ਦੀ ਇੱਜ਼ਤ ਕਰੋ, ਆਪਣੀਆਂ ਦੀ ਵੀ ਤੇ ਬਗਾਨੀਆਂ ਦੀ ਵੀ। ਹਾਂਜੀ ਹਾਂਜੀ, ਜਿਹੜੇ ਲੋਕ ਇਹ ਕਹਿੰਦੇ ਸੀ ਗਲੋਬਲ ਵਾਰਮਿੰਗ ਕੁਛ ਨਹੀਂ ਹੈ, ਕੋਈ ਇਫੈਕਟ ਨਹੀਂ ਕਰ ਰਿਹਾ, ਹੁਣ ਤੁਸੀਂ ਦੇਖ ਲਓ ਕਿ April ਐਂਡ ਹੋਣ ਵਾਲਾ ਹੈ, ਹਲੇ ਤੱਕ ਸਨੋ ਪਈ ਜਾ ਰਹੀ। ਜਿਹੜੇ ਇੱਥੋਂ ਹੁਣ ਜਦੋਂ ਆਪਾਂ ਮਤਲਬ ਅੱਗੋਂ ਸਮਰ 'ਚ ਜਾਣਾ, ਫਲਾਵਰਸ ਵਗੈਰਾ ਲੈਣ ਜਾਣੇ ਆ, ਉਹ ਆਪਾਂ ਨੂੰ ਡਬਲ ਦਾ ਰੇਟ ਤੇ ਮਿਲਣੇ, ਕਿਉਂਕਿ ਸਾਰੇ ਡੈਡ ਹੋਈ ਜਾ ਰਹੇ, ਸਨੋ ਪੈ ਰਹੀ ਹੈ, ਠੰਡ ਪੈ ਰਹੀ ਹੈ, ਫਿਰ ਹੋ ਰਿਹਾ। ਸੋ ਇਸ ਕਰਕੇ এনवायरमेंट ਦੀ ਵੀ ਕਦਰ ਕਰੋ, ਨਾਲ ਨਾਲ ਆਪਣੇ ਸੰਗੀ ਸਾਥੀ ਸਾਰਿਆਂ ਨਾਲ ਪ੍ਰੇਮ ਪਿਆਰ ਵਧਾਓ, ਸਭ ਦੀ ਕਦਰ ਕਰੋ। ਤੇ ਜਿੰਨੇ ਪੰਜਾਬੀ ਆ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਬੋਲੋ, ਪੰਜਾਬੀ ਪੜ੍ਹਾਓ ਇਹਨਾਂ ਨੂੰ। ਹਾਂਜੀ, ਅੰਗਰੇਜ਼ੀ ਸਕੂਲਾਂ 'ਚ ਜ਼ਰੂਰ ਪੜ੍ਹਾਓ, ਪਰ ਪੰਜਾਬੀ ਸਬਜੈਕਟ ਇਹਨਾਂ ਦਾ ਜ਼ਰੂਰ ਰੱਖੋ। ਹਾਂਜੀ, ਪੰਜਾਬੀ ਬੋਲੀ ਖਤਮ ਹੋ ਗਈ ਤਾਂ ਅਸੀਂ ਖਤਮ ਹੋਣ ਨੂੰ ਸਾਨੂੰ ਬਹੁਤਾ ਟਾਈਮ ਨਹੀਂ ਲੱਗਣਾ। ਤੋ ਇਹ ਸਾਡੇ ਵੱਲੋਂ ਜ਼ਰੂਰੀ ਬੇਨਤੀਆਂ ਨੇ 2-3। ਹਾਂਜੀ, ਅਗਲੇ ਹਫਤੇ ਸੰਘਾ ਆਏਗਾ ਤਾਂ ਆਪਾਂ ਨਵਾਂ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ। ਲੈ ਵੀ ਬੀਬਾ, ਅੱਜ ਤੂੰ ਆਈ ਤਾਂ ਰੌਣਕਾਂ ਲੱਗ ਗਈਆਂ। ਹਾਂਜੀ, ਹਾਂਜੀ, ਤੇਰੇ ਆਉਣ ਲਈ ਬਹੁਤ ਬਹੁਤ ਧੰਨਵਾਦ, ਸਮਾਂ ਕੱਢਿਆ। ਤੇ ਬਾਕੀ ਫੇਰ ਆਉਂਦੀ ਜਾਂਦੀ ਰਹੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ।